नमस्कार दोस्तों, राधे राधे, जय श्री कृष्णा। आओ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਇੱਕ ਕਥਾ ਨੂੰ ਸਰਵਣ ਕਰਦੇ ਹਾਂ, ਜਿਸ ਵਿੱਚ ਉਹਨਾਂ ਦੇ ਗੁਰੂ ਵੱਲੋਂ ਉਹਨਾਂ ਦੀ ਪ੍ਰੀਖਿਆ ਕਿਸ ਤਰ੍ਹਾਂ ਲਈ ਗਈ ਅਤੇ ਜਦੋਂ ਉਹਨਾਂ ਦੇ ਗੁਰੂ ਦੁਆਰਕਾ ਨਗਰੀ ਦੇ ਵਿੱਚ ਆਏ ਤਾਂ ਉੱਥੋਂ ਦੀ ਪ੍ਰਜਾ ਦੀ ਕੀ ਹਾਲਤ ਹੋਈ। ਆਓ ਸੁਣਦੇ ਹਾਂ ਇਸ ਕਥਾ ਦੇ ਮਾਧਿਅਮ ਦੇ ਨਾਲ। ਅੱਜ ਸਾਰੀ ਦੁਆਰਕਾ ਨਗਰੀ ਵਿੱਚ ਇੱਕ ਅਜੀਬੋ ਗਰੀਬ ਚੁੱਪ ਦਾ ਵਾਤਾਵਰਨ ਪਸਰਿਆ ਹੋਇਆ ਸੀ। ਸਮੁੱਚੇ ਨਗਰ ਵਿੱਚ ਭੈ ਦੀਆਂ ਤਰੰਗਾਂ ਛਾਈਆਂ ਹੋਈਆਂ ਸਨ। ਦੁਆਰਕਾ ਨਗਰੀ ਦੇ ਲੋਕ ਕਿਸੇ ਦੇ ਗੁੱਸੇ ਦੇ ਜਵਾਲਾਮੁਖੀ ਦੇ ਫਟ ਜਾਣ ਦੇ ਡਰ ਖੋਣੋਂ ਸਹਿਮੇ ਹੋਏ ਸਨ। ਆਖਿਰ ਕੌਣ ਸੀ ਉਹ ਜਿਸ ਨੇ ਦੁਆਰਕਾ ਨਗਰੀ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਅਸਲ ਵਿੱਚ ਕ੍ਰੋਧ ਦੇ ਚੰਗਿਆੜੇ ਵਰਸਾਉਣ ਲਈ ਮਸ਼ਹੂਰ ਦੁਰਵਾਸਾ ਰਿਸ਼ੀ ਜੀ ਦਾ ਦੁਆਰਕਾ ਨਗਰੀ ਵਿੱਚ ਅੱਜ ਅਚਨਚੇਤ ਹੀ ਆਗਮਨ ਹੋਇਆ। ਉਹਨਾਂ ਦੀਆਂ ਲਾਲ ਸੁਰਖ ਅੱਖਾਂ ਜਿੱਧਰ ਵੀ ਦੇਖਦੀਆਂ ਸਨ ਲੋਕਾਂ ਦੇ ਸਿਰ ਝੁਕ ਜਾਂਦੇ ਸਨ। ਉੱਥੇ ਇੱਕ ਦਿਲ ਕੰਬਾਊ ਸਹਿਮ ਫੈਲ ਜਾਂਦਾ ਸੀ। ਆਪਣੇ ਤਣੇ ਹੋਏ ਪ੍ਰਵੱਟਿਆਂ ਨਾਲ ਜਦੋਂ ਰਿਸ਼ੀ ਦੁਰਵਾਸਾ ਰਾਜ ਮਹਿਲ ਵੱਲ ਕਦਮ ਵਧਾ ਰਹੇ ਸਨ ਤਾਂ ਸਭ ਨੂੰ ਇਹ ਫਿਕਰ ਲੱਗ ਗਿਆ ਕਿ ਕਿਤੇ ਅੱਜ ਸਾਡੇ ਪਿਆਰੇ ਦੁਆਰਕਾ ਨਰੇਸ਼ ਸ਼੍ਰੀ ਕ੍ਰਿਸ਼ਨ ਜੀ 'ਤੇ ਹੀ ਕੋਈ ਬਿਜਲੀ ਨਾ ਡਿੱਗ ਪਵੇ। ਮਨ ਹੀ ਮਨ ਸਾਰੀ ਪ੍ਰਜਾ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਪ੍ਰਾਰਥਨਾ ਕਰ ਰਹੀ ਸੀ ਕਿ ਉਹਨਾਂ ਦੇ ਮਨਮੋਹਨ ਦਾ ਬੁਰਾ ਨਾ ਹੋਵੇ। ਪ੍ਰਭੂ ਉਹਨਾਂ 'ਤੇ ਸਵਾਲੀ ਨਜ਼ਰ ਹੀ ਰੱਖੇ। ਰਾਜ ਮਹਿਲ ਵਿੱਚ ਦੁਰਵਾਸਾ ਰਿਸ਼ੀ ਦੇ ਪ੍ਰਵੇਸ਼ ਹੋਣ 'ਤੇ ਵਿਚਾਰੇ ਦੁਆਰਪਾਲ ਅਤੇ ਮੰਤਰੀ ਅਥਾਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੀਆਂ ਲੱਤਾਂ ਨੂੰ ਲੜਖੜਾਉਣ ਤੋਂ ਰੋਕ ਨਹੀਂ ਪਾ ਰਹੇ ਸਨ। ਉਹਨਾਂ ਦੇ ਮਨ 'ਚ ਵਾਰ-ਵਾਰ ਇੱਕ ਹੀ ਬਲਬਲਾ ਉੱਠ ਰਿਹਾ ਸੀ ਕਿ ਪਤਾ ਨਹੀਂ ਮਹਾਰਿਸ਼ੀ ਦੇ ਗੁੱਸੇ ਦੀ ਅੱਜ ਕੌਣ ਬਲੀ ਚੜ੍ਹੇਗਾ। ਇਹੀ ਸੋਚ ਕੇ ਉਹਨਾਂ ਸਭ ਦੀ ਆਤਮਾ ਧੁਰ ਅੰਦਰ ਤੱਕ ਕੰਬ ਰਹੀ ਸੀ। ਪਰੰਤੂ ਜਦੋਂ ਅਜਿਹੀ ਮੁਸ਼ਕਿਲ ਪ੍ਰਸਥਿਤੀ ਵਿੱਚ ਸਮੁੱਚੀ ਦੁਆਰਕਾ ਨਗਰੀ ਅੰਦਰ ਸਿਰਫ ਤ੍ਰਿਲੋਕੀਨਾਥ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਮੁਸਕਰਾ ਰਹੇ ਸਨ। ਉਹਨਾਂ ਦਾ ਚਿਹਰਾ ਚਿੰਤਾ ਜਾਂ ਭੈ ਤੋਂ ਬਿਲਕੁਲ ਮੁਕਤ ਸੀ। ਉਹਨਾਂ ਦੇ ਬੁੱਲ੍ਹਾਂ 'ਤੇ ਇੱਕ ਨਿਹਚਲ ਮੁਸਕਾਨ ਬਿਰਾਜਮਾਨ ਸੀ। ਅੱਖਾਂ ਵਿੱਚ ਭਾਵ ਦੇ ਹੰਝੂ ਅਤੇ ਹਿਰਦੇ ਵਿੱਚ ਪ੍ਰੇਮ ਦਾ ਅਨੰਤ ਸਾਗਰ ਹੁਲਾਰੇ ਮਾਰ ਰਿਹਾ ਸੀ। ਮਹਾਰਿਸ਼ੀ ਦੇ ਰਾਜਮਹਿਲ ਆਗਮਨ 'ਤੇ ਉਹਨਾਂ ਨੇ ਆਪਣੇ ਕੋਮਲ ਹੱਥਾਂ ਨਾਲ ਰਿਸ਼ੀ ਦੁਰਵਾਸਾ ਦੇ ਚਰਨ ਪਖਾਰੇ, ਪਰ ਪਤਾ ਨਹੀਂ ਕਿਉਂ ਅੱਜ ਰਿਸ਼ੀ ਦਾ ਕ੍ਰੋਧ ਇੰਨਾ ਪ੍ਰਚੰਡ ਸੀ ਕਿ ਨਾ ਤਾਂ ਉਹਨਾਂ ਨੂੰ ਭਾਵਾਂ ਦੇ ਹੰਝੂ ਠੰਡਾ ਕਰ ਰਹੇ ਸਨ, ਨਾ ਹੀ ਪ੍ਰੇਮ ਦਾ ਅਨੰਤ ਸਾਗਰ। ਬੇਹੱਦ ਮੋਹਣੀ ਮੁਸਕਾਨ ਵੀ ਮਹਾਰਿਸ਼ੀ ਦੇ ਕ੍ਰੋਧ ਸਾਹਮਣੇ ਬੇਅਸਰ ਸਿੱਧ ਹੋ ਰਹੀ ਸੀ। ਦੁਰਵਾਸਾ ਜੀ ਦੇ ਕਠੋਰ ਮੁਖ ਉੱਪਰ ਤਿਨਕਾ ਭਰ ਵੀ ਨਰਮੀ ਦਾ ਕੋਈ ਚਿੰਨ੍ਹ ਦਿਖਾਈ ਨਹੀਂ ਦੇ ਰਿਹਾ ਸੀ। ਜਦੋਂ ਪ੍ਰੇਮ, ਸੇਵਾ ਅਤੇ ਕਿਸੇ ਸਤਿਕਾਰ ਨਾਲ ਮਹਾਰਿਸ਼ੀ ਜੀ ਦਾ ਕ੍ਰੋਧ ਸ਼ਾਂਤ ਨਾ ਹੋਇਆ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਦੁਰਵਾਸਾ ਰਿਸ਼ੀ ਨੂੰ ਬੇਨਤੀ ਕੀਤੀ, ਆਗਿਆ ਗੁਰੂਦੇਵ। ਮਹਾਰਿਸ਼ੀ ਦੁਰਵਾਸਾ ਨੇ ਕਠੋਰ ਬਾਣੀ ਵਿੱਚ ਆਦੇਸ਼ ਦਿੱਤਾ, ਮੇਰੇ ਲਈ ਖੀਰ ਲਿਆਂਦੀ ਜਾਵੇ, ਉਬਲਦੀ ਹੋਈ ਖੀਰ। ਮਹਾਰਿਸ਼ੀ ਦੁਰਵਾਸਾ ਦੀ ਆਗਿਆ ਦਾ ਉਸੇ ਹੀ ਸਮੇਂ ਪਾਲਣ ਕੀਤਾ ਗਿਆ। ਉਬਲਦੀ ਹੋਈ ਖੀਰ ਤਿਆਰ ਹੋ ਗਈ। ਮਹਾਰਿਸ਼ੀ ਦੁਰਵਾਸਾ ਨੇ ਗੰਭੀਰਤਾ ਨਾਲ ਖੀਰ ਦੇ ਭਰੇ ਹੋਏ ਬਰਤਨ ਨੂੰ ਦੇਖਿਆ। ਉਹਨਾਂ ਨੇ ਬਰਤਨ ਵਿੱਚੋਂ ਥੋੜ੍ਹੀ ਜਿਹੀ ਖੀਰ ਖਾਧੀ ਤੇ ਫਿਰ ਉਹੀ ਜੂਠੀ ਗਰਮ ਖੀਰ ਸ਼੍ਰੀ ਕ੍ਰਿਸ਼ਨ ਜੀ ਨੂੰ ਦੇ ਕੇ ਆਦੇਸ਼ ਦਿੱਤਾ, ਲੈ ਕ੍ਰਿਸ਼ਨ, ਇਸ ਖੀਰ ਦਾ ਆਪਣੇ ਪੂਰੇ ਸਰੀਰ 'ਤੇ ਲੇਪ ਕਰ ਲੈ। ਜੂਠੀ ਅਤੇ ਉਬਲਦੀ ਖੀਰ ਦਾ ਲੇਪ, ਇਹ ਸਭ ਕੀ ਕਹਿ ਦਿੱਤਾ ਮਹਾਰਿਸ਼ੀ ਜੀ ਨੇ। ਇਸ ਆਗਿਆ ਦਾ ਪਾਲਣ ਕਰਨਾ ਤਾਂ ਬਿਲਕੁਲ ਇੰਝ ਸੀ ਜਿਵੇਂ ਬਲਦੀ ਅੱਗ ਦੀ ਲਪਟਾਂ ਵਿੱਚ ਬੈਠਣਾ। ਜਿਸਨੇ ਵੀ ਦੁਰਵਾਸਾ ਜੀ ਦੀ ਆਗਿਆ ਨੂੰ ਸੁਣਿਆ ਉਹਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਕਮਰੇ ਵਿੱਚ ਚਾਰੇ ਪਾਸੇ ਹੀ ਸਨਾਟਾ ਛਾ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਛੱਡ ਕੇ ਸਾਰੇ ਸੁੰਨ ਹੋਏ ਖੜੇ ਸਨ, ਪਰੰਤੂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਚਿਹਰੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੈ ਜਾਂ ਸ਼ਿਕਵਾ ਨਹੀਂ ਸੀ, ਨਾ ਹੀ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਉਲਝਣ ਸੀ।
ਉਹ ਤੁਰੰਤ ਅੱਗੇ ਵਧੇ ਅਤੇ ਸ਼ਰਧਾਪੂਰਵਕ ਤਪਦੀ ਖੀਰ ਦੇ ਬਰਤਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮੱਥੇ ਨਾਲ ਲਾਇਆ। ਉਹਨਾਂ ਉਸ ਤੋਂ ਬਾਅਦ ਬੇਝਿਜਕ ਆਪਣਾ ਹੱਥ ਉਸ ਉਬਲਦੀ ਖੀਰ ਵਿੱਚ ਪਾ ਦਿੱਤਾ। ਖੀਰ ਦੀ ਮੁੱਠੀ ਭਰ ਕੇ ਜਦੋਂ ਉਹਨਾਂ ਨੇ ਬਰਤਨ ਵਿੱਚੋਂ ਬਾਹਰ ਕੱਢੀ ਤਾਂ ਉਹਨਾਂ ਦੇ ਹੱਥਾਂ ਉੱਪਰ ਵੱਡੇ ਵੱਡੇ ਛਾਲੇ ਉੱਭਰ ਆਏ। ਰੌਂਗਟੇ ਖੜੇ ਕਰ ਦੇਣ ਵਾਲਾ ਇਹ ਦ੍ਰਿਸ਼ ਦੇਖ ਕੇ ਰਾਜ ਭਵਨ ਅੰਦਰ ਮੌਜੂਦ ਸਾਰਿਆਂ ਦੇ ਹਿਰਦੇ ਵਿੱਚ ਇੱਕ ਦਰਦ ਭਰੀ ਟੀਸ ਨਿਕਲੀ। ਪਰ ਸ਼੍ਰੀ ਕ੍ਰਿਸ਼ਨ ਜੀ ਮੁਸਕਰਾ ਰਹੇ ਸਨ, ਜਿਵੇਂ ਉਹ ਆਪਣੇ ਸਰੀਰ ਤੇ ਉਬਲਦੀ ਖੀਰ ਦਾ ਨਹੀਂ ਸਗੋਂ ਚੰਦਨ ਦਾ ਲੇਪ ਕਰ ਰਹੇ ਹੋਣ। ਉਹਨਾਂ ਨੇ ਸਭ ਤੋਂ ਪਹਿਲਾਂ ਖੀਰ ਦੀ ਮੁੱਠੀ ਆਦਰਪੂਰਵਕ ਤ੍ਰਿਕੁੰਡ ਤੇ ਸਮਾਨ ਆਪਣੇ ਓਜਸਵੀ ਮਸਤਕ ਤੇ ਲਗਾਈ ਅਤੇ ਫਿਰ ਰਿਸ਼ੀ ਦੁਰਵਾਸਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਆਪਣੇ ਸਾਰੇ ਸਰੀਰ ਉੱਪਰ ਤਪਦੀ ਖੀਰ ਦਾ ਲੇਪ ਕਰ ਲਿਆ। ਜਿੱਥੇ ਜਿੱਥੇ ਖੀਰ ਦਾ ਲੇਪ ਹੋਇਆ ਉੱਥੇ ਕਈ ਲਾਲ ਮੋਟੇ ਛਾਲੇ ਉੱਭਰ ਆਏ। ਦੇਖਦੇ ਹੀ ਦੇਖਦੇ ਉਹਨਾਂ ਦੇ ਪੂਰੇ ਸਰੀਰ ਉੱਪਰ ਛਾਲਿਆਂ ਦੀ ਇੱਕ ਮੋਟੀ ਪਰਤ ਚੜ੍ਹ ਗਈ। ਹੁਣ ਸ਼੍ਰੀ ਕ੍ਰਿਸ਼ਨ ਜੀ ਦੇ ਅੰਗ ਅੰਗ ਤੋਂ ਖੀਰ ਥੱਲੇ ਡੁੱਲ ਰਹੀ ਸੀ। ਉਹਨਾਂ ਦੇ ਸਾਰੇ ਸਰੀਰ ਉੱਪਰ ਭਿਆਨਕ ਛਾਲੇ ਪੈ ਗਏ, ਪਰੰਤੂ ਫਿਰ ਵੀ ਕਿਸੇ ਗਿਲੇ ਸ਼ਿਕਵੇ ਦਾ ਹਲਕਾ ਜਿਹਾ ਵੀ ਚਿੰਨ੍ਹ ਉਹਨਾਂ ਦੇ ਚਿਹਰੇ ਤੇ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਨਾ ਹੀ ਕੋਈ ਪਰੇਸ਼ਾਨੀ ਉੱਠ ਰਹੀਆਂ ਸਨ। ਗੁਰੂ ਆਗਿਆ ਨੂੰ ਪੂਰਨ ਕਰਕੇ ਉਹ ਫਿਰ ਦੋਵੇਂ ਹੱਥ ਜੋੜ ਕੇ ਗੁਰੂਦੇਵ ਦੇ ਸਾਹਮਣੇ ਖੜੇ ਹੋ ਗਏ। ਪਰੰਤੂ ਰਿਸ਼ੀ ਦੁਰਵਾਸਾ ਦਾ ਪ੍ਰਸੰਨ ਹੋਣਾ ਤਾਂ ਦੂਰ, ਸਗੋਂ ਉਹ ਹੋਰ ਕ੍ਰੋਧ ਵਿੱਚ ਆ ਗਏ ਅਤੇ ਸਿੰਘਾਸਨ ਤੋਂ ਉੱਠ ਕੇ ਤੇਜ਼ ਕਦਮਾਂ ਨਾਲ ਰਾਜ ਮਹਿਲ ਦੇ ਦਰਵਾਜ਼ੇ ਵੱਲ ਵੱਧ ਗਏ। ਸ਼੍ਰੀ ਕ੍ਰਿਸ਼ਨ ਜੀ ਵੀ ਮਹਾਰਿਸ਼ੀ ਜੀ ਨੂੰ ਆਦਰ ਸਹਿਤ ਵਿਦਾ ਕਰਨ ਲਈ ਹੱਥ ਜੋੜਦੇ ਹੋਏ ਸਿਰ ਝੁਕਾ ਕੇ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਮਹਿਲ ਦੇ ਦਰਵਾਜ਼ੇ ਤੇ ਉਹਨਾਂ ਨੂੰ ਵਿਦਾ ਕਰਨ ਲਈ ਇੱਕ ਸ਼ਾਹੀ ਰੱਥ ਤਿਆਰ ਖੜਾ ਸੀ। ਰਿਸ਼ੀ ਦੁਰਵਾਸਾ ਜਿਉਂ ਹੀ ਰੱਥ ਕੋਲ ਪਹੁੰਚੇ, ਉਹਨਾਂ ਨੇ ਸਾਰਥੀ ਨੂੰ ਕੜਕਦੇ ਹੋਏ ਕਿਹਾ, ਸਾਰਥੀ, ਰੱਥ ਦੇ ਦੋਵੇਂ ਘੋੜਿਆਂ ਨੂੰ ਖੋਲ ਦਿਓ। ਮਹਾਰਿਸ਼ੀ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਉਸੇ ਹੀ ਸਮੇਂ ਘੋੜੇ ਖੋਲ ਦਿੱਤੇ ਗਏ। ਇਸ ਤੋਂ ਬਾਅਦ ਰਿਸ਼ੀ ਦੁਰਵਾਸਾ ਨੇ ਦੁਨੀਆ ਦੀ ਸਭ ਤੋਂ ਵਿਚਿੱਤਰ ਅਤੇ ਦਿਲ ਦਹਿਲਾਉਣ ਵਾਲੀ ਆਗਿਆ ਦਿੱਤੀ। ਮਹਾਰਿਸ਼ੀ ਨੇ ਸ਼੍ਰੀ ਕ੍ਰਿਸ਼ਨ ਜੀ ਵੱਲ ਦੇਖਦੇ ਹੋਏ ਕਿਹਾ, ਸ਼੍ਰੀ ਕ੍ਰਿਸ਼ਨ, ਕੀ ਤੂੰ ਮੈਨੂੰ ਮੇਰੇ ਆਸ਼ਰਮ ਛੱਡ ਕੇ ਨਹੀਂ ਆਵੇਂਗਾ? ਸ਼੍ਰੀ ਕ੍ਰਿਸ਼ਨ ਸਮਝ ਗਏ, ਕਿਉਂਕਿ ਗੁਰੂ ਦਾ ਇਸ਼ਾਰਾ ਹੀ ਉਹਨਾਂ ਲਈ ਕਾਫੀ ਸੀ। ਉਹ ਤੇਜ਼ੀ ਨਾਲ ਰੱਥ ਦੇ ਕੋਲ ਪਹੁੰਚੇ ਅਤੇ ਘੋੜਿਆਂ ਦੀ ਜਗ੍ਹਾ ਆਪਣੇ ਆਪ ਨੂੰ ਜੋੜ ਲਿਆ। ਰਾਣੀ ਰੁਕਮਣੀ ਨੇ ਵੀ ਰੱਥ ਦੀ ਬਾਂਖ ਥੱਲੇ ਆਪਣੇ ਕੋਮਲ ਮੋਢੇ ਲਗਾ ਦਿੱਤੇ। ਸ਼੍ਰੀ ਕ੍ਰਿਸ਼ਨ ਅਤੇ ਰੁਕਮਣੀ ਦੋਵੇਂ ਘੋੜਿਆਂ ਦੀ ਜਗ੍ਹਾ ਰੱਥ ਨਾਲ ਜੁੜ ਗਏ ਅਤੇ ਫਿਰ ਨਿਮਰਤਾ ਸਹਿਤ ਰਿਸ਼ੀ ਦੁਰਵਾਸਾ ਨੂੰ ਰੱਥ ਤੇ ਬਿਰਾਜਮਾਨ ਹੋਣ ਦੀ ਬੇਨਤੀ ਕੀਤੀ। ਮਹਾਰਿਸ਼ੀ ਉਸੇ ਹੀ ਕਠੋਰ ਅਵਸਥਾ ਵਿੱਚ ਰੱਥ ਤੇ ਸਵਾਰ ਹੋ ਗਏ। ਕਿੰਨਾ ਅਜੀਬ ਦ੍ਰਿਸ਼ ਸੀ ਕਿ ਜੋ ਸੰਪੂਰਨ ਬ੍ਰਹਿਮੰਡ ਦਾ ਮਾਲਕ ਹੈ, ਜਿਸ ਦੇ ਇੱਕ ਇਸ਼ਾਰੇ ਤੇ ਸਾਰੀ ਸ੍ਰਿਸ਼ਟੀ ਚਲਾਇਮਾਨ ਹੋ ਉੱਠਦੀ ਹੈ, ਅੱਜ ਉਹ ਖੁਦ ਇੱਕ ਰੱਥ ਨੂੰ ਚਲਾਉਣ ਲਈ ਘੋੜਿਆਂ ਦੀ ਜਗ੍ਹਾ ਜੁੜ ਕੇ ਤਿਆਰ ਹੈ। ਪਰੰਤੂ ਰਿਸ਼ੀ ਦੁਰਵਾਸਾ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਦਿਖਾ ਰਹੇ ਸਨ। ਉਹ ਜਿਉਂ ਦੇ ਤਿਉਂ ਤਣ ਕੇ ਬੈਠੇ ਰਹੇ। ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਅੱਜ ਉਹਨਾਂ ਦੁਆਰਾ ਕ੍ਰੋਧ ਅਤੇ ਕਠੋਰਤਾ ਦੀ ਮਿਸਾਲ ਦਾ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਆਦੇਸ਼ ਪ੍ਰਾਪਤ ਹੋਣ ਤੇ ਸ਼੍ਰੀ ਕ੍ਰਿਸ਼ਨ ਰੁਕਮਣੀ ਜੀ ਆਪਣੀ ਪੂਰੀ ਤਾਕਤ ਨਾਲ ਰੱਥ ਨੂੰ ਖਿੱਚਣ ਲੱਗੇ। ਚੱਲਦੇ ਹੋਏ ਕਦੇ ਰਾਹ ਵਿੱਚ ਪਏ ਪੱਥਰਾਂ ਕਾਰਨ ਉਹਨਾਂ ਦਾ ਸੰਤੁਲਨ ਵਿਗੜ ਜਾਂਦਾ ਅਤੇ ਕਈ ਵਾਰ ਰੱਥ ਦੇ ਭਾਰ ਨਾਲ ਉਹਨਾਂ ਦੇ ਕੋਮਲ ਚਰਨ ਲੜਖੜਾ ਜਾਂਦੇ, ਪਰੰਤੂ ਫਿਰ ਵੀ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਸੰਤੁਲਨ ਨਹੀਂ ਸੀ। ਉਹਨਾਂ ਦੇ ਹਿਰਦੇ ਅੰਦਰੋਂ ਨਿਰੰਤਰ ਇੱਕ ਪ੍ਰਾਰਥਨਾ ਨਿਕਲ ਰਹੀ ਸੀ, ਗੁਰੂਦੇਵ, ਕਿਸੇ ਵੀ ਤਰ੍ਹਾਂ ਤੁਸੀਂ ਪ੍ਰਸੰਨ ਹੋ ਜਾਓ। ਪਰੰਤੂ ਉਹਨਾਂ ਦੀ ਇੱਕ ਪੁਕਾਰ ਦੁਰਵਾਸਾ ਜੀ ਦੇ ਕ੍ਰੋਧ ਨਾਲ ਟਕਰਾ ਕੇ ਜ਼ਖਮੀ ਹੋ ਕੇ ਵਾਪਸ ਪਰਤ ਰਹੇ ਸੀ। ਸ਼੍ਰੀ ਕ੍ਰਿਸ਼ਨ ਜੀ ਨੂੰ ਇੰਨੀ ਕਠੋਰ ਸਥਿਤੀ ਵਿੱਚ ਦੇਖ ਕੇ ਨਿਰੰਤਰ ਇੱਕ ਸਵਾਲ ਗੂੰਜ ਰਿਹਾ ਸੀ ਕਿ ਆਖਿਰ ਦੁਰਵਾਸਾ ਰਿਸ਼ੀ ਅਜਿਹਾ ਕਿਉਂ ਕਰ ਰਹੇ ਹਨ? ਕਿਉਂ ਉਹ ਇੰਨੇ ਨਿਰਦਈ ਅਤੇ ਪੱਥਰ ਦਿਲ ਬਣੇ ਹੋਏ ਹਨ? ਸ਼੍ਰੀ ਕ੍ਰਿਸ਼ਨ ਜੀ ਜੋ ਖੁਦ ਭਗਵਾਨ ਹਨ,
ਉਹ ਇੱਕ ਰਿਸ਼ੀ ਦੀ ਇੰਨੀ ਕਠੋਰ ਆਗਿਆ ਦਾ ਪਾਲਣ ਕਿਉਂ ਕਰ ਰਹੇ ਹਨ? ਉੱਤਰ, ਪਰ ਗੁਰੂ ਦੀ ਕਰਨੀ ਵਿੱਚ ਸੇਵਕ ਲਈ ਕੀ ਭਲਾ ਛੁਪਿਆ ਹੈ? ਇਸ ਦਾ ਉੱਤਰ ਹਾਲੇ ਭਵਿੱਖ ਦੇ ਗਰਭ ਵਿੱਚ ਸੀ ਅਤੇ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਇਸ ਆਗਿਆ ਪਾਲਣ ਨਾਲ ਗੁਰੂ ਭਗਤਾਂ ਦੇ ਮਨ ਵਿੱਚ ਗੁਰੂ ਦੀ ਆਗਿਆ ਅਹਿਮੀਅਤ ਨੂੰ ਪ੍ਰਤੱਖ ਕਰਕੇ ਦਿਖਾਉਣ ਵਾਲੇ ਸਨ। ਰਾਜਮਾਰਗ ਖਤਮ ਹੁੰਦੇ ਹੀ ਮਹਾਰਿਸ਼ੀ ਦੁਰਵਾਸਾ ਨੇ ਰੱਥ ਰੋਕਣ ਦਾ ਆਦੇਸ਼ ਦਿੱਤਾ। ਰੱਥ ਨੂੰ ਖਿੱਚ ਰਹੇ ਕਦਮਾਂ ਨੇ ਮਹਾਰਿਸ਼ੀ ਦਾ ਉਪਦੇਸ਼ ਪਾਉਂਦੇ ਹੀ ਖੁਦ ਨੂੰ ਰੋਕਿਆ। ਦੁਰਵਾਸਾ ਰਿਸ਼ੀ ਰੱਥ ਤੋਂ ਥੱਲੇ ਉਤਰੇ ਅਤੇ ਅਚਾਨਕ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ। ਚਿਹਰੇ ਤੋਂ ਜੇਠ ਦੀ ਗਰਮੀ ਉਤਰੀ ਅਤੇ ਠੰਡੀ ਸੱਜਰੀ ਸਵੇਰ ਦੀ ਲਾਲੀ ਬਿਖਰ ਗਈ। ਅੰਗਾਰੇ ਬਰਸਾ ਰਹੀਆਂ ਅੱਖਾਂ ਦੇ ਵਿੱਚੋਂ ਅਚਾਨਕ ਅਨੰਤ ਪ੍ਰੇਮ ਦਾ ਸਾਗਰ ਠਾਠਾਂ ਮਾਰਨ ਲੱਗਾ। ਬੁੱਲ੍ਹਾਂ 'ਤੇ ਇੱਕ ਮਿੱਠੀ ਮੁਸਕਾਨ ਖਿੜ ਗਈ। ਖੁਦ ਆਪਣੇ ਕਰ ਕਮਲਾਂ ਨਾਲ ਸ਼੍ਰੀ ਕ੍ਰਿਸ਼ਨ ਅਤੇ ਰੁਕਮਣੀ ਜੀ ਨੂੰ ਰੱਥ ਦੀ ਬਾਂਕ ਤੋਂ ਮੁਕਤ ਕਰਦੇ ਹੋਏ ਕਹਿਣ ਲੱਗੇ, ਵਾਸੂਦੇਵ, ਤੂੰ ਅੱਜ ਸੱਚਮੁੱਚ ਮੈਨੂੰ ਪ੍ਰਸੰਨ ਕਰ ਲਿਆ ਹੈ। ਤੂੰ ਮੇਰੀਆਂ ਸਭ ਪ੍ਰੀਖਿਆਵਾਂ ਵਿੱਚੋਂ ਸਫਲ ਹੋਇਆ ਹੈ। ਤੇਰੀ ਹਰ ਪੜਾਅ 'ਤੇ ਜਿੱਤ ਹੋਏਗੀ। ਕ੍ਰਿਸ਼ਨ, ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦਾ ਇੱਕ ਯੁਗਾਂਤਰਕਾਰੀ ਮਹਾਨ ਧਰਮ ਯੁੱਧ ਛਿੜੇਗਾ। ਤੂੰ ਉਸ ਦਾ ਮਹਾਨਾਇਕ ਬਣੇਗਾ। ਇੱਕ ਸਾਰਥੀ ਦੇ ਰੂਪ ਵਿੱਚ ਤੂੰ ਉਸ ਦੇ ਸੰਚਾਲਕ ਦੀ ਵਾਂਗਡੋਰ ਸੰਭਾਲੇਗਾ। ਅੱਜ ਤੇਰੇ ਮੋਢਿਆਂ ਨੇ ਮੇਰੇ ਰੱਥ ਦੀ ਬਾਂਕ ਦਾ ਭਾਰ ਸੰਭਾਲ ਕੇ ਆਉਣ ਵਾਲੇ ਕੱਲ੍ਹ ਲਈ ਜਿੱਤ ਦਾ ਆਸ਼ੀਰਵਾਦ ਹਾਸਲ ਕਰ ਲਿਆ ਹੈ। ਹੇ ਕ੍ਰਿਸ਼ਨ, ਅੱਜ ਤੇਰੇ ਜਿਸ ਅੰਗ ਉੱਪਰ ਉਹ ਉਬਲਦੀ ਖੀਰ ਦਾ ਲੇਪ ਲੱਗਿਆ ਹੈ, ਉਹ ਬੱਜਰ ਦਾ ਬਣ ਗਿਆ ਹੈ, ਕਿਉਂਕਿ ਉਹ ਕੋਈ ਸਧਾਰਨ ਖੀਰ ਦਾ ਲੇਪ ਨਹੀਂ ਸੀ, ਸਗੋਂ ਚੱਟਾਨ ਵਰਗਾ ਕਠੋਰ ਬੱਜਰ ਦਾ ਲੇਪ ਸੀ। ਹੁਣ ਪੂਰੇ ਬ੍ਰਹਿਮੰਡ ਵਿੱਚ ਅਜਿਹਾ ਕੋਈ ਅਸਤਰ ਨਹੀਂ ਹੈ ਜੋ ਤੇਰੇ ਇਸ ਸਰਗੁਣ ਸਰੂਪ ਨੂੰ ਨੁਕਸਾਨ ਪਹੁੰਚਾ ਸਕੇ। ਪਰ ਲੀਲਾਧਾਰੀ, ਤੂੰ ਜਾਣ ਬੁੱਝ ਕੇ ਸ਼ਾਇਦ ਇੱਕ ਭੁੱਲ ਕਰ ਗਿਆ ਹੈ। ਤੂੰ ਆਪਣੇ ਪੈਰਾਂ ਦੇ ਤਲਿਆਂ 'ਤੇ ਖੀਰ ਦਾ ਲੇਪ ਕਿਉਂ ਨਹੀਂ ਲਗਾਇਆ? ਕਿਉਂ ਆਪਣੇ ਤਲਿਆਂ ਨੂੰ ਤੂੰ ਇਸ ਰੱਖਿਆ ਕਵਚ ਤੋਂ ਵੰਚਿਤ ਰੱਖਿਆ? ਇੰਨਾ ਕਹਿ ਕੇ ਦੁਰਵਾਸਾ ਰਿਸ਼ੀ ਆਪਣੇ ਆਸ਼ਰਮ ਵੱਲ ਵੱਧ ਗਏ। ਸ਼੍ਰੀ ਕ੍ਰਿਸ਼ਨ ਜੀ ਅਤੇ ਰੁਕਮਣੀ ਜੀ ਹੱਥ ਜੋੜੇ ਕਾਫੀ ਸਮੇਂ ਤੱਕ ਮਹਾਰਿਸ਼ੀ ਜੀ ਨੂੰ ਦੇਖਦੇ ਰਹੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸ਼੍ਰੀ ਕ੍ਰਿਸ਼ਨ ਜੋ ਅੰਗ ਭਾਵ ਪੈਰਾਂ ਦੇ ਤਲੇ ਗੁਰੂ ਦੁਆਰਾ ਦਿੱਤੇ ਕਿਰਪਾ ਰੂਪੀ ਖੀਰ ਦੇ ਲੇਪ ਤੋਂ ਵੰਚਿਤ ਰਹੇ ਸਨ, ਉਹ ਜਗ੍ਹਾ ਉਸੇ ਹੀ ਜਗ੍ਹਾ ਹੀ ਸ਼ਿਕਾਰੀ ਦਾ ਤੀਰ ਲੱਗਾ ਅਤੇ ਸ਼੍ਰੀ ਕ੍ਰਿਸ਼ਨ ਜੀ ਮਹਾਸਮਾਧੀ ਦਾ ਕਾਰਨ ਬਣਿਆ। ਇਸ ਲਈ ਗੁਰੂ ਦੁਆਰਾ ਲਈ ਗਈ ਹਰ ਪ੍ਰੀਖਿਆ ਜਾਂ ਗੁਰੂ ਦੀ ਕਠੋਰਤਾ ਅਸਲ ਵਿੱਚ ਸੇਵਕ ਲਈ ਉਸ ਦੀ ਕਿਰਪਾ ਦੇ ਅਨੇਕ ਦੁਆਰ ਖੋਲ੍ਹਦੀ ਹੈ, ਜੋ ਸੇਵਕ ਦੇ ਲੋਕ ਪਰਲੋਕ ਨੂੰ ਸਵਾਰ ਕੇ ਉਸ ਦਾ ਮੁੱਖ ਉਜਲ ਕਰਦੀ ਹੈ। ਉਸ ਦੀ ਕਠੋਰਤਾ ਵੀ ਸ਼ਿਸ਼ ਲਈ ਵਰਦਾਨ ਬਣ ਕੇ ਸਾਹਮਣੇ ਆਉਂਦੀ ਹੈ, ਜਿਸ ਦਾ ਪਤਾ ਪ੍ਰੀਖਿਆ ਦੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ 'ਚ ਲੱਗਦਾ ਹੈ। ਇਸ ਲਈ ਗੁਰੂ ਸ਼ਿਸ਼ ਦਾ ਰਿਸ਼ਤਾ ਤਪੱਸਿਆ ਦਾ ਰਿਸ਼ਤਾ ਹੈ। ਗੁਰੂ ਵੀ ਗਿਆਨ ਦੇਣ ਤੋਂ ਬਾਅਦ ਆਪਣੇ ਸੇਵਕ ਦੀ ਕਠੋਰ ਪ੍ਰੀਖਿਆਵਾਂ ਦੁਆਰਾ ਤਪੱਸਿਆ ਕਰਵਾਉਂਦਾ ਹੈ। ਇਸ ਲਈ ਆਓ ਆਪਾਂ ਵੀ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਪ੍ਰਾਰਥਨਾ ਕਰੀਏ ਕਿ ਉਹ ਸਾਨੂੰ ਇਹਨਾਂ ਕਾਬਿਲ ਬਣਾਉਣ ਕਿ ਅਸੀਂ ਉਹਨਾਂ ਦੀ ਹਰ ਪ੍ਰੀਖਿਆ ਵਿੱਚੋਂ ਸਫਲ ਹੋ ਕੇ ਸੱਚੇ ਸੇਵਕ ਬਣ ਸਕੀਏ। ਸਾਨੂੰ ਗੁਰੂ ਦੀ ਕੋਈ ਵੀ ਆਗਿਆ ਕਠੋਰ ਨਾ ਲੱਗੇ, ਸਗੋਂ ਉਸ ਦਾ ਪਾਲਣ ਕਰਨ ਵਿੱਚ ਅਸੀਂ ਆਪਣੇ ਕਲਿਆਣ ਦੇ ਦਰਸ਼ਨ ਕਰੀਏ। ਸੋ ਸਾਰੇ ਦੋਸਤਾਂ ਨੂੰ ਇਹ ਕਥਾ ਪ੍ਰਸੰਗ ਕਿਹੋ ਜਿਹਾ ਲੱਗਾ, ਇਸ 'ਤੇ ਆਪਣੇ ਵਿਚਾਰ ਜ਼ਰੂਰ ਦੇਣਾ। ਸਭ ਨੂੰ ਰਾਧੇ ਰਾਧੇ, ਜੈ ਸ਼੍ਰੀ ਕ੍ਰਿਸ਼ਨ।